ਜਿਉ ਗਿਆਨ ਧਿਆਨ ਕਿਛ ਕਰਮ ਨ ਜਾਣਾ। ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ। ਸੋਰਠ ਮਹਿਲਾ ਪੰਜਵਾ। ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਕਈ ਵਸਾਇਆ। ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ। ਹਰਿ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ। ਗੁਰ ਗੋਰੇ ਤੇ ਪਾਈ ਹਰਿ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ। ਗੁਰ ਗੋਰੇ ਤੇ ਪਾਈ ਰਹਾ। ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ। ਨਾਨਕ ਦਾਸ ਬਖਾਣੀ ਗੁਰ ਪੂਰੇ ਤੇ ਜਾਣੀ। ਨਾਨਕ ਦਾਸ ਬਖਾਣੀ ਗੁਰ ਪੂਰੇ ਤੇ ਜਾਣੀ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਬ੍ਰਹਮ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਵੱਡੀਆਂ ਭਾਗਾਂ ਵਾਲੇ ਹਾਂ। ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠ ਕੇ ਆਪਣੇ ਜੀਵਨ ਦੇ ਕੁਝ ਕੁ ਜਿਹੜੇ ਪਾਲਣੇ ਉਹਨਾਂ ਨੂੰ ਸਫਲਾ ਕਰਾਉਣ ਦਾ ਯਤਨ ਕਰ ਰਹੇ ਸਾਂ। ਆਓ ਪਿਆਰ ਵਾਲਿਓ, ਕੁਝ ਸਮਾਂ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ। ਗੁਰਫਤਿਹ ਦੇ ਨਾਲ ਸਾਂਝ ਪਾਓ। ਬੜੇ ਹੀ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਬਦ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿੰਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਸਰਲੇਖ ਹੇਠ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 625 ਅਤੇ 26 ਉੱਪਰ ਸੁਭਾਈਮਾਨ ਹੈ। ਆਓ ਪਿਆਰ ਵਾਲਿਓ, ਸਮਝਣ ਦੀ ਕੋਸ਼ਿਸ਼ ਕਰੀਏ।
ਪਾਤਸ਼ਾਹ ਜੀ ਸਾਨੂੰ ਇਸ ਸ਼ਬਦ ਦੇ ਅੰਦਰ ਕੀ ਸਮਝਾਉਣ ਦਾ ਯਤਨ ਕਰ ਰਹੇ ਹਨ। ਪਾਤਸ਼ਾਹ ਜੀ ਕਿਰਪਾ ਕਰਦੇ, ਹਰ ਕੇ ਨਾਮ ਕੀ ਵਡਿਆਈ, ਆਠ ਪਹਿਰ ਗੁਣ ਗਾਈ, ਗੁਰ ਪੂਰੇ ਤੇ ਪਾਈ। ਕਿਰਪਾ ਕਰਦੇ ਕਿ ਹਰੀ ਪਰਮਾਤਮਾ ਦੇ ਜਿਹੜੇ ਨਾਮ ਦੀ ਵਡਿਆਈ ਹੈ, ਉਸ ਪਰਮਾਤਮਾ ਦੀ ਸਿਫਤ ਸਲਾਹ ਹੈ। ਅੱਠ ਪਹਿਰ ਗੁਣ ਗਾਈ, ਜੋ ਮਨੁੱਖ ਨੇ ਅੱਠੇ ਪੈਰ ਭਾਵ ਹਰ ਪਲ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ, ਗੁਰ ਪੂਰੇ ਤੇ ਪਾਈ। ਤੇ ਇਸ ਚੀਜ਼ ਦੀ ਜਿਹੜੀ ਸਮਝ ਹੈ, ਇਸ ਗੱਲ ਦੀ ਜਿਹੜੀ ਸਮਝ ਹੈ, ਕਿਵੇਂ ਉਦੋਂ ਪਤਾ ਲੱਗੀ, ਉਦੋਂ ਆਈ ਜਦੋਂ ਪੂਰੇ ਗੁਰੂ ਦੇ ਮੈਂ ਲੜ ਲੱਗਾ, ਪੂਰੇ ਗੁਰੂ ਦੇ ਦਰ ਤੇ ਆਇਆ। ਪਿਆਰ ਵਾਲਿਓ, ਵੈਸੇ ਜਦੋਂ ਆਪਾਂ ਸੰਸਾਰ ਵੱਲ ਝਾਤ ਮਾਰਦੇ ਹਾਂ ਨਾ, ਤੇ ਹਰੇਕ ਜਿਹੜਾ ਮਨੁੱਖ ਸੀ ਕਿਸੇ ਨਾ ਕਿਸੇ ਤਰੀਕੇ ਦੇ ਅੰਦਰ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਰਿਹਾ ਸੀ। ਕਿਸੇ ਨੇ ਦੱਸਿਆ ਕਿ ਭਾਈ ਜੇ ਤੂੰ ਰੱਬ ਨੂੰ ਮਿਲਣਾ ਹੈ, ਪਰਮਾਤਮਾ ਨੂੰ ਮਿਲਣਾ ਹੈ, ਆਪਣਾ ਘਰ-ਬਾਰ ਛੱਡ ਦੇ। ਕਿਸੇ ਨੇ ਆਪਣੇ ਪਰਿਵਾਰ ਨੂੰ ਛੱਡ ਦਿੱਤਾ, ਘਰ ਨੂੰ ਛੱਡ ਦਿੱਤਾ, ਜੰਗਲਾਂ ਦੇ ਵਿੱਚ ਚਲਾ ਗਿਆ, ਪਹਾੜਾਂ ਦੀਆਂ ਉੱਚੀਆਂ ਜਿਹੜੀਆਂ ਚੋਟੀਆਂ ਨੇ ਉਹਨਾਂ ਦੇ ਉੱਤੇ ਜਾ ਕੇ ਟਿਕਾਣਾ ਕਰ ਲਿਆ, ਜਿੱਥੇ ਨਾ ਕੋਈ ਆਵੇ ਤੇ ਨਾ ਕੋਈ ਜਾਵੇ, ਭਾਵ ਸਾਨੂੰ ਕੋਈ ਤੰਗ ਨਾ ਕਰੇ। ਕਿਸੇ ਨੇ ਆਪਣੇ ਸਰੀਰ ਦੇ ਆਲੇ ਦੁਆਲੇ ਅੱਗ ਬਾਲ ਕੇ ਤਪ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਨੇ ਬਰਫੀਲੇ ਜਿਹੜੇ ਇਲਾਕੇ ਨੇ ਉਹਦੇ ਵਿੱਚ ਜਾ ਕੇ ਆਪਣੇ ਤਨ ਜਿਹੜਾ ਉਹਨੂੰ ਬਰਫ਼ ਦੇ ਅੰਦਰ ਸਰੀਰ ਨੂੰ ਗਾਲ ਲਿਆ। ਜਿਵੇਂ ਜਿਵੇਂ ਮਨੁੱਖ ਨੂੰ ਸਮਝ ਲੱਗਦੀ ਗਈ, ਪਤਾ ਲੱਗਦਾ ਗਿਆ, ਤਿਵੇਂ ਤਿਵੇਂ ਮਨੁੱਖ ਬੜੇ ਯਤਨ ਕਰਦਾ, ਕਿਉਂਕਿ ਹਰੇਕ ਮਨੁੱਖ ਇਹ ਚਾਹੁੰਦਾ ਹੈ ਕਿ ਜਿਸ ਮਨੋਰਥ ਨੂੰ ਮੈਂ ਲੈ ਕੇ ਆਇਆ ਉਹ ਮਨੋਰਥ ਪੂਰਾ ਹੋ ਜਾਵੇ। ਹਰੇਕ ਮਨੁੱਖ ਦੀ ਆਸ ਹੈ, ਹਰੇਕ ਦੇ ਮਨ ਦੀ ਇਹ ਇੱਛਾ ਹੈ। ਜਿਵੇਂ ਜਿਵੇਂ ਕਿਸੇ ਨੇ ਦੱਸਿਆ, ਜਿਵੇਂ ਜਿਵੇਂ ਬਿਆਨ ਕੀਤਾ, ਤਿਵੇਂ ਤਿਵੇਂ ਲੋਕਾਂ ਨੇ ਮਰਨਾ ਸ਼ੁਰੂ ਕਰ ਦਿੱਤਾ, ਆਪਣਾ ਘਰ-ਬਾਰ ਛੱਡ ਦਿੱਤਾ, ਜੰਗਲਾਂ ਦੇ ਵਿੱਚ ਚਲੇ ਗਏ, ਆਪਣੇ ਤਨ ਨੂੰ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ। ਸੋਚਿਆ ਕਿ ਸ਼ਾਇਦ ਇਸ ਸਰੀਰ ਨੂੰ ਕਸ਼ਟ ਦੇਵਾਂਗੇ ਤੇ ਸਾਨੂੰ ਰੱਬ ਦੀ ਪ੍ਰਾਪਤੀ ਹੋ ਜਾਵੇਗੀ, ਰੱਬ ਮਿਲ ਪਵੇਗਾ। ਪਰ ਜਦੋਂ ਪਾਤਸ਼ਾਹ ਦਾ ਸਮਾਂ ਆਇਆ ਨਾ, ਗੁਰੂ ਸਾਹਿਬਾਨਾਂ ਦਾ ਸਮਾਂ ਆਇਆ, ਤੇ ਪਾਤਸ਼ਾਹ ਜੀ ਨੇ ਇਹ ਗੱਲ ਆਖੀ ਕਿ ਤੁਸੀਂ ਸੰਸਾਰ ਦੇ ਅੰਦਰ ਰਹਿ ਕੇ ਵੀ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਸਕਦੇ ਹੋ, ਆਪਣੇ ਘਰ-ਬਾਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ। ਤੁਹਾਨੂੰ ਘਰ ਛੱਡ ਕੇ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣੇ ਘਰਾਂ ਦੇ ਅੰਦਰ ਆਪਣੇ ਫਰਜ਼ਾਂ ਨੂੰ ਸਮਝਦਿਆਂ ਹੋਇਆਂ ਉਸ ਪਰਮਾਤਮਾ ਨੂੰ ਆਪਣੇ ਚਿੱਤ ਦੇ ਅੰਦਰ ਵਸਾ ਸਕਦੇ ਹੋ, ਆਪਣੀ ਹਿਰਦੇ ਦੇ ਅੰਦਰ ਵਸਾ ਸਕਦੇ ਹੋ। ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਪਾਂ ਉਪਦੇਸ਼ਾਂ ਨੂੰ ਪੜ੍ਹਦੇ ਹਾਂ ਨਾ, ਜਿੱਥੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਕਿਰਤ ਕਰਨੀ ਸਿਖਾਈ, ਉਹਦੇ ਨਾਲ ਨਾਲ ਦੂਸਰਾ ਜਿਹੜਾ ਫਰਜ਼ ਸੀ, ਦੂਸਰਾ ਜਿਹੜਾ ਉਪਦੇਸ਼ ਸੀ, ਉਹ ਸੀ ਨਾਮ ਜਪਣਾ। ਜਿੱਥੇ ਅਸੀਂ ਆਪਣੀ ਕਿਰਤ ਕਮਾਈ ਕਰਦੇ ਹਾਂ, ਉਹਦੇ ਵਿੱਚੋਂ ਲੋੜਵੰਦਾਂ ਦੀ ਮਦਦ ਵੀ ਕਰਦੇ ਹਾਂ, ਤੇ ਉਹਦੇ ਨਾਲ ਨਾਲ ਪਿਆਰ ਵਾਲਿਓ ਆਪਾਂ ਉਸ ਪਰਮਾਤਮਾ ਦੀ ਸਿਫਤ ਸਲਾਹ ਵੀ ਕਰਦੇ ਹਾਂ, ਉਹਦੇ ਗੁਣਾਂ ਨੂੰ ਵੀ ਗਾਉਣਾ ਹੈ। ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਤੂੰ ਘਰ ਦੇ ਅੰਦਰ ਬੈਠ ਕੇ ਹੀ ਤੂੰ ਪਰਮਾਤਮਾ ਦੀ ਸਿਫਤ ਸਲਾਹ ਕਰ ਸਕਦਾ, ਤੈਨੂੰ ਘਰ ਛੱਡ ਕੇ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ।
क्योंकि वो परमात्मा तेरे अंदर ही वस रहा। ये नहीं कि ਜਿਹੜੇ जंगलों के ਵਿੱਚ चले गए उन्होंने रब मिल पिया, नहीं। कहते जिन्हों ने अपना घर बार छड़ दिता वो तो सगों हंकारी हो गए। मन के अंदर हंकार आ गया कि असी रब नूं मिलन दे लई तुरे हैं। मनुख की दौड़ सी, मनुख ने यात्रा शुरू करनी सी अपने अंदर तो, क्योंकि मनुख की यात्रा अपने तो शुरू होके अपने ते ही खत्म सी। पर मनुख बाहर की यात्रा करनी शुरू कर दी, सारी दुनिया का भ्रमण कर आया, दुनिया का रटन कर आया, पर किते भी परमात्मा ना मिलिया, रब ना मिलिया। तो भगत फरीद साहब की आप बाणी को पढ़ते हैं तो भगत फरीद साहब जी इत्थों तक अपनी बाणी के अंदर आखते हैं कि हे मूर्ख इंसान, तू जंगलों के विच क्यों लगा करता है? किस चीज़ के करके जंगलों च भड़कदा पिया? उत्थे जाके तू तो कंढियां नूं तोड़ी जा रहा, फुल्लां नूं तोड़ी जा रहा, टाहनियां नूं तोड़ी जा रहा। तू सोचिया कि शायद जंगलों के विच जावांगा रब मिल पवेगा, पर कहते तू उन्हें लभण की कोशिश तो करदा, वो तो रब तेरे अंदर ही वस रहा है, वह वासा तो तेरे अंदर ही है। उन्होंने लभना तो तू अपने अंदर सी। फरीदा जंगल जंगल क्या भवै, वन कंढा मोड़ै, वसी रब हयाली है, जंगल क्या ढूंढै। कहते जंगल के विच की लभदा पिया, उत्थे की ढूंढदा पिया, की लभदा? वसी रब हयाली है, रब ते तेरे हिरदे के अंदर वस रहा, परमात्मा ते तेरे हिरदे के अंदर वस रहा। तू लभण की लोड़ सी केवल सानू अपने अंदरों। जिस दिन लोग अपने अंदरों लभना शुरू कर देगा ना, अपने अंदरों, उस दिन वो परमात्मा को प्राप्त कर लेगा। क्योंकि पातशाह जी पहले बंद के अंदर ये गल आखते हैं, कहते जित पार ब्रह्म चित आया, सो कर दई बसाया। कहते जिस हिरदे रूपी घर के अंदर परमात्मा की याद आ वसदी है, तो वह परमात्मा उतों ही प्रगट होया, उहदे अंदर ही आ वसिया। वो परमात्मा ने साडे हिरदे के अंदर आ वसना सी, उहदे लई जरूरत सी कि अपने घर की साफ सफाई करनी। निक्की जी घटना मैं आप जी के नाल साझी करा। कोई बादशाह सी, बादशाह ने अपनी प्रजा के अंदर हुक्म कर दिता, ऐलान कर दिता कि मैं हरेक दे घर विच जावांगा ते जिस घर जिहड़ा घर साफ सुथरा होवेगा ते उस घर के अंदर मैं अपना वासा कर लवांगा ते उन्होंने मैं अपना राज पाग दे देवांगा। लोकी बड़े प्रसन्न, लोकी बड़े खुश। की कीता? लोगों ने अपने घर को सवारना शुरू कर दिता, सजाना शुरू कर दिता। जो भी टुट भज हुई सी, मुरम्मत सारी मुरम्मत करा ली कि राजे का हुक्म है, उस मुल्क को राज भाग मिलेगा भी जिहदा घर साफ सुथरा होवेगा। ते नाल ये भी ऐलान किया सी कि जिहदा घर टुटा होवेगा, खलारा पिया होवेगा, गंदगी नाल भरिया होवेगा, ते उसनूं मैं अपने कैद दे विच कैद कर लवांगा, उसनूं मैं कैद कर लवांगा। तो लोकी बड़े प्रसन्न, लोकी बड़े खुश। हरेक ने जिहड़ा अपना घर सवारना शुरू कर दिता। पर होया कि 2 दिन लंघे, 4 दिन लंघे,
राजा लोगों का अपनी जी प्रजा उदा का सिदक वेखना चाहता सी कि इन्हों के अंदर सिदक कितना कुछ है। कुछ दिन लंघे तो कुछ जोड़े बेसबरे इंसान हुण जो 5 दिन 10 दिन लंघ गए सोचिया कि राजा होवे ते राजा साडे वर्गे गरीबां घर दे अंदर जावेगा, वो तो वैसे उन्हें ऐलान करा दिता होवेगा, नाले राजे को कित्थे टाइम इतना। तो दोबारा तो वो पशु बनने शुरू कर दिते, घर की फिर कोई हालात बुरे हाल, गंदगी मिट्टी के नाल घर भरे पे ने। ते कुछ जिहड़े सिदक वाले सन उन्होंने पता सी कि राजे का हुक्म है, राजा किसी भी समय आ सकता है, किसी भी टाइम। उन्होंने अपने घर में फिर सवारिया होया सी, वधिया तख्त लाया होया, आसन लाया होया भी राजा आवेगा, राजे नूं इस आसन ते बावांगे, घर की साफ सफाई करके रखनी करनी, की पता कि राजा कदों आ जाए। क्योंकि उन्होंने पता सी किते ना किते जिहड़ा राजा है वो किते अपने काम धंधियां दे अंदर राज प्रबंध के अंदर किते बिजी होवेगा। ते कुछ समय के बाद जो राजे नूं चेता आया कि मैं प्रजा दो दे नाल ये वादा किया सी, ऐलान किया सी कि जिहदा भी जिहड़ा घर है वो साफ सुथरा होवेगा, उन्होंने मैं अपना राज भाग दे देवांगा, तख्त दे देवांगा। अपने नाल अहलकार लई, वजीर लई, कुछ जिहड़े सिपाही ने वो भी नाल लई, ते प्रजा दे विच घरों घरी जिहड़ा जाना शुरू कर दिता। जिमें जिमें घर के अंदर राजा जाई जा रहा, वेखदा है कि दोबारा तो फिर वही हालात, घर टुटे हुए ने, किसी का दरवाजा उखड़िया हुआ है, किसी की खिड़की उखड़ी हुई है, कि बाहर गंदगी पई हुई है, बुरे हाल हुए ने। कि राजा बड़ा निराश होया, बड़ा दुखी होया, ते कीते ऐलान के अनुसार उन्हें हुण उन्होंने बंदियां नूं जिहड़ा कैद भी करना शुरू कर लिया। क्योंकि ऐलान किया सी कि जिहदा घर बार टुटा होवेगा, घर के अंदर गंदगी होवेगी, उन्होंने मैं कैद कर लवांगा। कैद कर लिया। ते चलदियां चलदियां हुण जिहड़े कोई सिदक वाले बैठे हुए सन, राजे की उड़ीक दे विच सन, उन्हां दे घरां दे अंदर गया ते जाके वेखिया कि घर सवारिया पिया, बहुत सुंदर बनाया होया, चंगा तख्त लाया होया, बहण दे लई बड़ा वधिया। जाके बैठा ते उस घर के अंदर वासा कर लिया, ते उन्होंने अपना तख्त दे दिता, क्योंकि वादा किया सी। ते कुछ इहो जिहे सन जिन्होंने अपनी कैद दे विच लै लिया, कुछ इहो जिहे सन जिन्होंने अपना तख्त दे दिता। कि तिवें भी ये जिहड़ा मनुख शरीर है ना, ये भी एक घर है। ते जदों उस परमात्मा ने भेजिया प्राणी नूं इस धरती के उत्ते भेजिया, संसार के अंदर भेजिया, उन्होंने ये समझा के भेजिया कि जे तू जाके विकारां दे अंदर गलतान हो जाएगा तो दोबारा तो ये जिहड़े जन्म मरण का जिहड़ा गेड़ है ये कैद दे विच पै जाएगा। 84 लाख जिहड़ियां जूनां ने ये कैद दे विच पै जाएगा। ते तू अपने घर को सवार के रखी, ते मैं उहदे अंदर अपना वासा करांगा। मनुख आया, मनुख ने हुक्म होया, घर को सवारना शुरू किया। कुछ जिहड़े दिनों तक वो विकारां तो बचिया रहा, पर होया कि कुछ जिहड़े बेसिदके सन, उन्होंने वेख्या रब किहड़ा आके वसदा है, की पता ये 2 दिन की जिंदगी है, खाओ पीओ ऐश करो मौजा करो, भी बाद चो जो होवेगा वेखी जाएगी। कि अग्गा किन्ने वेख्या है कि अगे की होना है।
ਤੇ ਉਹਨਾਂ ਕੀ ਕੀਤਾ, ਆਪਣੇ ਅੰਦਰ, ਆਪਣੇ ਘਰ ਦੇ ਅੰਦਰ ਕਾਮ ਨੂੰ ਧਾਰਨ ਕਰ ਲਿਆ, ਕ੍ਰੋਧ ਲੈ ਆਉਂਦਾ, ਲੋਭ ਲੈ ਆਉਂਦਾ, ਹੰਕਾਰ ਲੈ ਆਉਂਦਾ, ਨਿੰਦਿਆ, ਚੁਗਲੀ, ਪਾਪ, ਜਿੰਨੀਆਂ ਵੀ ਬੁਰਾਈਆਂ ਸਨ ਉਹ ਸਾਰੀਆਂ ਜਿਹੜੀਆਂ ਬੁਰਾਈਆਂ ਦੇ ਨਾਲ ਆਪਣਾ ਜਿਹੜਾ ਘਰ ਹੈ ਉਹ ਭਰ ਲਿਆ। ਆਪਣੇ ਅੰਦਰ ਹਿਰਦੇ ਰੂਪੀ ਘਰ ਦੇ ਅੰਦਰ ਗੰਦਗੀ ਇਕੱਠੀ ਕਰ ਲਈ, ਮਾੜੇ ਜਿਹੜੇ ਵਿਚਾਰ ਨੇ ਉਹ ਮਨ ਦੇ ਅੰਦਰ ਇਕੱਠੇ ਕਰ ਲਏ। ਤੇ ਕੁਝ ਇਹੋ ਜਿਹੇ ਸਨ ਜਿਨ੍ਹਾਂ ਨੇ ਆਪਣੇ ਮਨ ਰੂਪੀ ਜਿਹੜਾ ਘਰ ਸੀ, ਸੇਜਾ ਸੀ, ਉਹਨੂੰ ਸਾਫ਼ ਸੁਥਰੀ ਕਰਕੇ ਰੱਖਿਆ। ਅੰਦਰ ਸਬਰ ਧਾਰਨ ਕੀਤਾ, ਸੰਤੋਖ, ਸਹਿਨਸ਼ੀਲਤਾ, ਜਿੰਨੇ ਵੀ ਗੁਣ ਸਨ ਕਹਿੰਦੇ ਉਹ ਗੁਣ ਆਪਣੀ ਜ਼ਿੰਦਗੀ 'ਚ ਧਾਰਨ ਕੀਤੇ। ਤੇ ਜਦੋਂ ਉਹ ਰੱਬ ਜਿਹੜਾ ਸੀ, ਇਹ ਸਿਰਜਣਹਾਰ ਪਰਮਾਤਮਾ ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ, ਕਹਿੰਦੇ ਉਹਨੇ ਜਦੋਂ ਫੇਰਾ ਮਾਰਿਆ ਨਾ, ਵੇਖਿਆ ਜਿਹੜੇ ਵਿਕਾਰੀ ਮਨੁੱਖ ਸਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ ਭਰੇ ਹੋਏ ਸਨ, ਜਿਨ੍ਹਾਂ ਦਾ ਜੀਵਨ ਹੀ ਇਹ ਸੀ ਨਿੰਦਿਆ, ਚੁਗਲੀ ਕਰਨਾ। ਕਿਉਂਕਿ ਕਈ ਮਨੁੱਖਾਂ ਦੀ ਜਿਹੜੀ ਖੁਰਾਕ ਬਣ ਜਾਂਦੀ ਹੈ, ਭਾਵੇਂ ਰੋਟੀ ਖਾਣ ਭਾਵੇਂ ਨਾ ਖਾਣ, ਪਰ ਜਿੰਨਾ ਚਿਰ ਉਹ ਕਿਸੇ ਦੀ ਜਾ ਕੇ ਨਿੰਦਿਆ ਨਾ ਕਰਨ, ਕਹਿੰਦੇ ਉਹਨਾਂ ਚਿਰ ਉਹਨਾਂ ਦੀ ਭੁੱਖ ਨਹੀਂ ਮਿਟਦੀ। ਜਾਂ ਕੰਨਾਂ ਦੇ ਨਾਲ ਕਿਸੇ ਦੀ ਚੁਗਲੀ ਨਾ ਸੁਣ ਲੈਣ, ਜਾਂ ਜੀਭ ਦੇ ਨਾਲ ਕਿਸੇ ਨੂੰ ਮਾੜੇ ਬੋਲ ਨਾ ਬੋਲ ਦੇਣ, ਕਿਉਂਕਿ ਉਹਨਾਂ ਦਾ ਜੀਵਨ ਦੇ ਅੰਦਰ ਇਹ ਚੀਜ਼ ਬਣ ਜਾਂਦੀ ਹੈ, ਧਾਰਨ ਕੀਤਾ ਹੁੰਦਾ। ਕਹਿੰਦੇ ਜਿਹੜੇ ਤੇ ਇਹ ਵਿਕਾਰੀ ਮਨੁੱਖ ਸਨ, ਲੋਭੀ ਮਨੁੱਖ ਸਨ, ਕਹਿੰਦੇ ਉਹਨਾਂ ਨੂੰ ਤੇ ਇਹ 84 ਲੱਖ ਜਿਹੜੀ ਜੂਨ ਸੀ ਇਹਦੀ ਕੈਦ ਦੇ ਵਿੱਚ ਪਾ ਦਿੱਤਾ ਕਿ ਭਾਈ ਤੁਸੀਂ ਦੁਬਾਰਾ ਤੋਂ ਫਿਰ ਭਟਕਦੇ ਰਹੋ। ਤੇ ਜਿਨ੍ਹਾਂ ਨੇ ਆਪਣੇ ਮਨ ਰੂਪੀ ਜਿਹੜਾ ਸੇਜਾ ਸੀ, ਘਰ ਸੀ, ਉਹਨੂੰ ਸਾਫ਼ ਕਰਕੇ ਰੱਖਿਆ ਸੀ, ਤੇ ਕਹਿੰਦੇ ਉਹਦੇ ਅੰਦਰ ਉਹਨੇ ਆਪ ਵਸਿਆ ਤੇ ਉਹਨੂੰ ਇਹ ਸਰੀਰ ਰੂਪੀ, ਕਾਇਆ ਰੂਪੀ ਜਿਹੜਾ ਤਖਤ ਸੀ ਉਹਦਾ ਮਾਲਕ ਬਣਾ ਦਿੱਤਾ। ਤੇ ਅੱਜ ਪਾਤਸ਼ਾਹ ਜੀ ਇਹ ਗੱਲ ਆਖਦੇ ਪਏ ਨੇ ਕਿ ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਕਰ ਦਈ ਵਸਾਇਆ। ਕਹਿੰਦੇ ਜਿਸ ਹਿਰਦੇ ਰੂਪੀ ਘਰ ਦੇ ਅੰਦਰ ਉਹ ਪਰਮਾਤਮਾ ਆ ਵਸਦਾ ਹੈ ਨਾ, ਉਸ ਹਿਰਦੇ ਦੇ ਰੂਪੀ ਘਰ ਦੇ ਅੰਦਰ ਆ ਵਸਿਆ, ਜਿਸ ਦੇ ਚਿੱਤ ਦੇ ਅੰਦਰ ਉਸ ਪਰਮਾਤਮਾ ਦੀ ਯਾਦ ਆਈ ਹੈ। ਜਿਹਨੇ ਯਾਦ ਨੂੰ ਵਸਾ ਲਿਆ, ਫਿਰ ਸੁਖ ਸਾਗਰ ਗੁਰ ਪਾਇਆ। ਗੁਰੂ ਦੀ ਕਿਰਪਾ ਦੇ ਨਾਲ ਸੁੱਖਾਂ ਦਾ ਜਿਹੜਾ ਸਾਗਰ ਪਰਮਾਤਮਾ ਸੀ, ਕਹਿੰਦੇ ਆਪਣੇ ਅੰਦਰੋਂ ਪ੍ਰਗਟ ਹੋ ਗਿਆ, ਪ੍ਰਗਟ ਕਰ ਲਿਆ, ਤਾਂ ਸਹਿਸਾ ਸਗਲ ਮਿਟਾਇਆ। ਤੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਇਹ ਸਹਿਮ, ਮਨੁੱਖ ਸਹਿਮਿਆ ਰਹਿੰਦਾ, ਡਰਿਆ ਰਹਿੰਦਾ। ਹਰੇਕ ਮਨੁੱਖ ਨੂੰ ਕਿਸੇ ਨਾ ਕਿਸੇ ਚੀਜ਼ ਦਾ ਕੋਈ ਨਾ ਕੋਈ ਜਿਹੜਾ ਡਰ ਹੈ ਉਹ ਬਣਿਆ ਹੋਇਆ। ਕਹਿੰਦੇ ਪਰ ਜਦੋਂ ਉਹ ਪਰਮਾਤਮਾ ਹੀ ਆ ਵਸਿਆ ਤਾਂ ਸਹਿਸਾ ਸਗਲ ਮਿਟਾਇਆ। ਤੇ ਜਿੰਨੇ ਵੀ ਮਨ ਦੇ ਅੰਦਰ ਡਰ ਸਨ, ਵਹਿਮ ਸਨ, ਭਰਮ ਸਨ, ਕਹਿੰਦੇ ਉਹ ਸਭ ਦੂਰ ਹੋ ਗਏ, ਸਭ ਖਤਮ ਹੋ ਗਏ। ਖਤਮ ਉਦੋਂ ਹੋਏ ਜਦੋਂ ਪਰਮਾਤਮਾ ਸਾਡੇ ਹਿਰਦੇ ਦੇ ਅੰਦਰ ਆ ਵਸਿਆ ਤੇ ਉਹਦੀ ਯਾਦ ਆ ਵਸੀ। ਮਨੁੱਖ ਆਪਣੀ ਸਾਰੀ ਉਮਰ ਲੰਘਾ ਦਿੰਦਾ, ਬਤੀਤ ਕਰ ਦਿੰਦਾ, ਪਰ ਉਸ ਪਰਮਾਤਮਾ ਦੀ ਜਿਹੜੀ ਯਾਦ ਹੈ ਨਾ, ਉਹ ਉਹਨੂੰ ਆਪਣੇ ਹਿਰਦੇ ਦੇ ਅੰਦਰ ਨਹੀਂ ਵਸਾਉਂਦਾ, ਕੋਸ਼ਿਸ਼ ਨਹੀਂ ਕਰਦਾ। ਕਿਉਂਕਿ ਉਹਨੂੰ ਹੁੰਦਾ ਹੈ ਕਿ ਭਾਈ ਇੱਕ ਮਨੁੱਖਾ ਜਨਮ ਮਿਲਿਆ, ਖਾ ਲਵੋ, ਪੀ ਲਵੋ, ਨਜ਼ਾਰੇ ਲਵੋ, ਜ਼ਿੰਦਗੀ ਦੇ ਆਨੰਦ ਲਵੋ। ਪਰ ਸਭ ਕੁਝ ਹੁੰਦਿਆਂ ਹੋਇਆਂ ਵੀ ਜੇਕਰ ਇਹਦੇ ਨਾਲ ਨਾਲ ਜੇਕਰ ਅਸੀਂ ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲੈਂਦੇ ਹਾਂ ਨਾ, ਤੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਆ, ਉਹਦੇ ਗੁਣਾਂ ਨੂੰ ਗਾਉਂਦੇ ਆ, ਤੇ ਪਿਆਰ ਵਾਲਿਓ, ਤੇ ਜਿੱਥੇ ਅਸੀਂ ਆਪਣੇ ਜੀਵਨ ਨੂੰ ਬਤੀਤ ਕਰਕੇ ਜਾਂਦੇ ਆ, ਉਹਦੇ ਨਾਲ ਨਾਲ ਅਸੀਂ ਆਪਣੇ ਜੀਵਨ ਨੂੰ ਸਫਲਾ ਵੀ ਬਣਾ ਸਕਦੇ ਹਾਂ। ਸਾਡਾ ਜਿਹੜਾ ਜੀਵਨ ਹੈ ਉਹ ਸਫਲਾ ਬਣ ਸਕਦਾ ਹੈ। ਪਾਤਸ਼ਾਹ ਜੀ ਕਿਰਪਾ ਕਰਦੇ, ਪ੍ਰਭ ਕੀ ਅਕਤ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ। ਉਸ ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਰੂਪੀ ਜਿਹੜੀ ਕਹਾਣੀ ਹੈ, ਸਿਫਤ ਸਲਾਹ ਕਹਿੰਦੇ ਉਹ ਅਕਥ ਹੈ, ਦੱਸੀ ਨਹੀਂ ਜਾ ਸਕਦੀ। ਉਹਦੀ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕੀਤੀ ਜਾ ਸਕਦੀ।
कि वो परमात्मा किड्डा वड्डा। जेकर कोई मनुख ये सोचे कि मैं उसकी कीमत पा लवां, कहते उसकी कीमत भी नहीं पाई जा सकती। पढ़ते हैं सुन वड्डा आख्या सब कोई, केवल वड्डा डिठा होए, कीमत पाई न कहिया जाए, कहने वाले तेरे रही समाए। मनुखा ने बड़ा जतन किया, बड़े कोशिश की कि किवें ना किवें करके ਉਹਦੀ ਜਿਹੜੀ कीमत पाई जाए, ਉਹਦੇ बारे दसिया जाए, पर होया कि कीमत कहना कि ਉਹਦੀ कीमत नहीं पाई जा सकती। जिहड़ा बयान करना भी चाहया, जिन्हों ਉਹਦੇ बारे पता भी लगा, कहते ਉਹਦੇ अंदर ही समा के रह गया। वो फिर भी नहीं बयान उसने किया कि वो परमात्मा किहो जिहा। लोड़ है कि असी उस परमात्मा की जिक्र सिफत सलाह करते हैं ना, ते नाल नाल उहदे गुणां नूं गाइए। प्रभु की अकत कहानी जन बोले अमृत बाणी, कि हरि दे जिहड़े दास ने जन ने उस आत्मिक जीवन रूपी जो अमृत रूपी जिहड़ी बाणी है, गुरु दे बोलने कहते ਉਹਦੀ ਸਿਫਤ ਸਲਾਹ ਕਰਦੇ ਨੇ, ਉਹਦੇ ਗੁਣਾਂ ਨੂੰ ਗਾਉਂਦੇ ਨੇ। ਨਾਨਕ ਦਾਸ ਬਖਾਨੀ ਗੁਰ ਪੂਰੇ ਤੇ ਜਾਣੀ। ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਇਸ ਗੱਲ ਦੀ ਸਮਝ ਉਹਨਾਂ ਨੂੰ ਲੱਗੀ ਹੈ, ਉਹਨਾਂ ਨੇ ਇਸ ਗੱਲ ਨੂੰ ਸਮਝਿਆ ਗੁਰ ਪੂਰੇ ਤੇ ਜਾਣੀ, ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਿਆ, ਪੂਰੇ ਗੁਰੂ ਦੇ ਲੜ ਲੱਗੇ ਨੇ। क्योंकि वो पूरे गुरु के लड़ लग के पर वो अपना जिहड़ा मनोरथ है उसनूं समझ लेंदे ने। ते इह शरीर रूपी जिहड़ा घर है, हिरदे रूपी घर, फिर वो इसनूं सवार के रखते हैं, सोहना बना के रखते हैं। जिथे असी कोशिश करते हैं ना प्यार वालिओ, असी अपने शरीर रूपी जिहड़ा घर है, शरीर है, ਉਹਨੂੰ ਸਾਫ ਸੁਥਰਾ ਰੱਖਦੇ ਹਾਂ। ਉਹਦੇ ਨਾਲ ਨਾਲ ਇਹ ਵੀ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਮਨ ਦੇ ਅੰਦਰੋਂ ਇਹ ਜਿਹੜੇ ਵਿਕਾਰ ਨੇ, ਇਹਨਾਂ ਵਿਕਾਰਾਂ ਨੂੰ ਖਤਮ ਕਰਕੇ ਮਨ ਨੂੰ ਵੀ ਸਾਫ ਸੁਥਰਾ ਬਣਾਈਏ, ਮਨ ਨੂੰ ਵੀ ਨਿਰਮਲ ਕਰ ਲਈਏ, ਉਹਦੇ ਅੰਦਰ ਵੀ ਗੁਣਾਂ ਦਾ ਵਾਸਾ ਕਰ ਲਈਏ ਤੇ ਇਹਨਾਂ ਔਗੁਣਾਂ ਨੂੰ ਦੂਰ ਕਰ ਲਈਏ। ਕਿਉਂਕਿ ਜਿਸ ਦਿਨ ਸਾਡਾ ਮਨ ਰੂਪੀ ਜਿਹੜਾ ਘਰ ਹੈ ਉਹ ਸਾਫ ਸੁਥਰਾ ਹੋ ਜਾਵੇਗਾ ਨਾ, ਗੁਣ ਆ ਜਾਣਗੇ, ਤੇ ਉਸ ਦਿਨ ਸਾਡਾ ਜਿਹੜਾ ਜੀਵਨ ਹੈ ਉਹ ਵੀ ਸਵਰ ਜਾਵੇਗਾ, ਸਾਨੂੰ ਜੀਵਨ ਜਿਉਣ ਦੀ ਜੁਗਤ ਆ ਜਾਵੇਗੀ, ਤੇ ਉਹਦੇ ਨਾਲ ਨਾਲ ਸਾਡਾ ਜਿਹੜਾ ਜੀਵਨ ਆ ਉਹ ਵੀ ਸਫਲ ਹੋ ਜਾਵੇਗਾ। ਕੋਸ਼ਿਸ਼ ਕਰੀਏ ਸਤਿਗੁਰ ਸਾਡੇ ਤੇ ਕਿਰਪਾ ਕਰੋ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੀਏ, ਗੁਰਬਾਣੀ ਨੂੰ ਖੁਦ ਪੜ੍ਹੀਏ, ਗੁਰਬਾਣੀ ਨੂੰ ਖੁਦ ਵਿਚਾਰੀਏ, ਤੇ ਖੁਦ ਜਿਹੜਾ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਜੋ ਸੰਸਾਰ ਦੇ ਉੱਤੇ ਆਇਆ ਹੋਇਆ ਜਿਹੜਾ ਜੀਵਨ ਆ ਉਹ ਸਫਲ ਹੋ ਸਕੇ। ਵਿਚਾਰਾਂ ਦੀ ਸਮਾਪਤੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।